ਵਿਰੋਧ ਕੀਤਾ ਜਾ ਰਿਹਾ ਸੀ ਭਾਜਪਾ ਦੇ ਲੀਡਰਾਂ ਦਾ। ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਅਰੈਸਟ ਕਰ ਲਿਆ। ਕਿਸਾਨਾਂ ਨੂੰ ਬੱਸਾਂ ਵਿੱਚ ਲਿਜਾਇਆ ਜਾ ਰਿਹਾ ਹੈ। ਜੋ ਕਿਸਾਨ ਵਿਰੋਧ ਕਰਦੇ ਸਨ, ਨਾਅਰੇਬਾਜ਼ੀ ਕਰਦੇ ਸਨ, ਇੱਕੋ ਹੀ ਨਾਅਰਾ ਸੀ, ਕਾਲੇ ਕਾਨੂੰਨ ਰੱਦ ਕਰੋ। ਹੋਰ ਕਰ ਕੀ ਸਕਦੇ ਆ, ਹੋਰ ਕਰ ਕੀ ਸਕਦੇ ਆ। ਅਸੀਂ ਨਹੀਂ ਡਰਦੇ ਜੇਲ੍ਹਾਂ ਤੋਂ, ਅਸੀਂ ਨਹੀਂ ਡਰਦੇ ਜੇਲ੍ਹਾਂ ਤੋਂ। ਕਿਸਾਨ ਮਜ਼ਦੂਰ ਏਕਤਾ ਬਾਲੇ ਨਿਹਾਲ। ਇਹ ਵਿਕੇ ਹੋਏ ਲੋਕ ਨੇ ਜਿਹੜੇ ਕਿ ਕਿਸਾਨਾਂ ਦੀ ਜਮਾਂ ਵੀ ਇਹਨਾਂ ਨੂੰ ਤਰਸ ਨਹੀਂ ਆ ਰਿਹਾ। ਇਹ ਬੀਜੇਪੀ ਸਰਕਾਰ ਦਾ ਸਾਥ ਦੇ ਰਹੇ ਨੇ ਸਾਡੇ, ਪਰ ਅਸੀਂ ਡਰਦੇ ਨਹੀਂ ਕਿਸੇ ਤੋਂ ਵੀ। ਜਿੰਨਾ ਚਿਰ ਸਾਡੇ 'ਚ ਜਾਨ, ਅਸੀਂ ਇਹ ਅੰਦੋਲਨ ਲੜਦੇ ਰਵਾਂਗੇ ਤੇ ਜਿੱਤ ਸਾਡੀ ਪੱਕੀ ਹੋਊਗੀ। ਕਿਸਾਨ ਵੀ ਵਿਰੋਧ ਕਰਨ ਵਾਸਤੇ ਆਏ ਸਨ, ਪਰ ਕਿਸਾਨਾਂ ਨੂੰ ਬੱਸ ਵਿੱਚ ਕਿ ਭੇਜ ਦਿੱਤਾ ਗਿਆ, ਇੱਥੋਂ ਦੀ ਗ੍ਰਿਫਤਾਰ ਕਰਕੇ ਲੈ ਗਏ ਆ। ਚੰਡੀਗੜ੍ਹ ਪ੍ਰਸ਼ਾਸਨ ਤੇ ਲਗਾਤਾਰ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੋਲ ਦਿੱਤੀ ਗਈ ਸੀ, ਜਿੱਥੇ ਵੀ ਭਾਜਪਾ ਦੇ ਵਰਕਰ ਜਾਂ ਲੀਡਰ ਦਿਖਾਈ ਦੇਣ ਉਹਨਾਂ ਦਾ ਵਿਰੋਧ ਕੀਤਾ ਜਾਵੇ। ਕਿਸਾਨਾਂ ਦਾ ਇਹ ਸਬਰ ਪਰਖ ਰਹੇ ਆ, ਪਰ ਅਸੀਂ ਵੀ ਸਿਰੜੀ ਆ। ਅਸੀਂ ਵੀ ਉਸ ਕੌਮ ਚੋਂ ਆਉਂਦੇ ਆ ਜਿਹੜੀ ਕੌਮ ਨੇ ਕਦੇ ਪਿੱਛਾ ਨਹੀਂ ਦਿਖਾਇਆ ਔਰ ਨਾ ਹੀ ਕਦੇ ਇਹ ਪਿੱਛੇ ਹਟਣਗੇ। ਔਰ ਸਾਡਾ ਡਰ ਤੁਸੀਂ ਇਹ ਦੇਖ ਲਓ ਬੀਜੇਪੀ ਵਾਲਿਆਂ ਨੂੰ ਇੰਨਾ ਕਿ ਫੋਰਸ ਕਿੰਨੀ ਲਾਈ ਹੋਈ ਆ। ਅਰਦਾਸ ਕੀਤੀ ਗਈ ਹੈ 107 ਸੀਟਾਂ ਜਿੱਤਣ ਵਾਸਤੇ। ਅੱਜ ਫਿਰ ਲੱਗਦਾ ਵੀ ਜਿੱਤ ਜਾਣਗੇ। ਅੰਦਰ ਤਾਂ ਪ੍ਰੈਸ ਕਾਨਫਰੰਸ ਵੀ ਚੱਲਦੀ ਪਈ ਆ, ਤੁਸੀਂ ਬਾਹਰ ਵਿਰੋਧ ਕਰ ਰਹੇ ਹੋ। ਦੇਖੋ ਜੀ, ਅਸੀਂ ਤਾਂ ਕਹਿੰਦੇ ਆ ਇਹਨਾਂ ਨੂੰ ਵੀ ਆਓ ਸਾਡੇ ਵਿੱਚ। ਤੁਸੀਂ 117 ਸੀਟਾਂ ਤੇ ਹਾਰ ਪਾ ਕੇ ਭੇਜਾਂਗੇ ਇਹਨਾਂ ਨੂੰ। ਜਿਹੋ ਜਿਹੇ ਹਾਰ ਮੋਹਾਲੀ ਪਏ ਸੀ, ਉਹੋ ਜਿਹੇ ਹਾਰ ਪਾ ਕੇ ਭੇਜਾਂਗੇ। ਤੁਸੀਂ ਪੰਜਾਬ ਦੇ ਵਿੱਚ ਸੀਟਾਂ ਦਾ ਕਿਆ ਛੱਡਣੀਆਂ, ਤੁਸੀਂ ਇੱਕ ਸੀਟ ਦੇ ਉੱਤੇ ਨਹੀਂ ਖੜੇ ਹੋ ਸਕਦੇ। ਤੁਹਾਡੇ ਤਾਂ ਬੋਰੀ ਬਿਸਤਰੇ ਉੱਤੇ ਗੋਲ ਕਰਦੇ, ਤੁਹਾਡੇ ਟੈਂਟ ਨਹੀਂ ਕਿਸੇ ਨੇ ਉੱਤੇ ਲੱਗਣ ਦੇਣੇ। ਲੋਕਾਂ ਦੇ ਉੱਤੇ ਇੰਨੇ ਟੈਕਸ ਲਾਤੇ, ਲੋਕਾਂ ਨੂੰ ਸਹੂਲਤ ਕੋਈ ਨਹੀਂ। ਬੱਚੇ ਰੁਲਦੇ ਪਏ ਆ, ਲੋਕਾਂ ਦੀਆਂ ਨੌਕਰੀਆਂ ਖਾ ਗਏ। 2 ਕਰੋੜ ਨੌਕਰੀਆਂ ਦੇਣ ਨੂੰ ਕਹਿੰਦੇ ਸੀ, ਇਹ ਮੇਰੇ ਖਿਆਲ 20 ਕਰੋੜ ਨੌਕਰੀਆਂ ਖਾ ਗਏ। ਨੂੰ ਸ਼ਰਮ ਨਹੀਂ ਰਹੀ ਭੋਰਾ ਵੀ। ਹੁਣ ਤਾਂ ਇਹ ਪੁਲਿਸ ਵਾਲਿਆਂ ਨੂੰ ਨਾਲ ਲੈ ਕੇ ਆਉਂਦੇ ਆ ਨਾ। ਪੁਲਿਸ ਹੈ ਜਿਹੜੀ ਉਹ ਜਨਤਾ ਦੀ ਸੇਵਕ ਹੈ, ਜਨਤਾ ਦੀ ਨੌਕਰ ਹੈ। ਲੇਕਿਨ ਅੱਜ ਨੌਕਰ ਮਾਲਕਾਂ ਨੂੰ ਕੁੱਟ ਰਿਹਾ। ਔਰ ਇਹ ਵੀ ਜਿਹੜੇ ਲੀਡਰ ਬਣੀ ਫਿਰਦੇ ਹੈ, ਇਹ ਜਨਤਾ ਦੇ ਨੌਕਰ ਹੈ। ਇਹ ਨੌਕਰ ਹੋ ਕੇ ਮਾਲਕਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹੈ। ਲੇਕਿਨ ਇਹ ਭੁੱਲ ਗਏ ਹੈ ਕਿ ਮਾਲਕ ਹੁੰਦਾ। ਜਿਸ ਦਿਨ ਮਾਲਕ ਨੇ ਡੰਡਾ ਚੱਕ ਲਿਆ ਨਾ, ਇਹਨਾਂ ਨੂੰ ਲੱਭਣਾ ਨਹੀਂ ਹੈ ਦੌੜ ਭੱਜਣ ਵਾਸਤੇ। ਹਾਂ ਜੀ, ਗਊਆਂ ਦਾ ਟੈਕਸ ਲੈ, ਗਊਆਂ ਬਚਾਣੀਆਂ ਜੀ, ਗਊਆਂ ਦਾ ਟੈਕਸ ਲੈ ਕੇ ਖਾ ਕੇ, ਜਿਹੜੀ ਮਾਂ ਕਹਿ ਕੇ ਟੈਕਸ ਖਾ ਕੇ ਰਾਮ ਮੰਦਿਰ ਬਣਾਉਣਾ, ਉਹਨੂੰ ਜ਼ਮੀਨ ਚੱਕ ਕੇ ਦੂਸਰੇ ਤੋਂ ਲੈ ਕੇ ਅੱਗੇ ਫਾਇਦੇ ਦੇ ਵਿੱਚ ਵੇਚਤੀ। ਇਹ ਜਦੋਂ ਰਾਮ ਨੂੰ ਨਹੀਂ ਬਖਸ਼ਦੇ, ਇਹ ਹੋਰ ਕਿਸੇ ਨੂੰ ਬਖਸ਼ੂਗੇ। ਇਹ ਕਹਿੰਦੇ ਰਾਮ ਰਾਜ ਲਿਆਉਂਗੇ। ਇਹ ਰਾਮ ਰਾਜ ਲਿਆਉਣ ਵਾਸਤੇ ਰਾਮ ਦਾ ਹੋਣਾ ਜ਼ਰੂਰੀ ਹੈ, ਰਾਮ ਵਰਗਾ ਬਣਨਾ ਜ਼ਰੂਰੀ ਹੈ। ਇਹ ਰਾਮ ਦੀ ਕਿਆ ਰੀਸ ਕਰੂੰਗੇ? ਇਹ ਤਾਂ ਰਾਵਣ ਤੋਂ ਵੀ ਅੱਗੇ ਚਲੇ ਗਏ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਬੀਜੇਪੀ ਦੇ ਆਫਿਸ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਹੈ, ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਅਰਦਾਸ ਕੀਤੀ ਗਈ ਹੈ। ਆਉਣ ਵਾਲੀਆਂ ਚੋਣਾਂ ਦੇ ਵਿੱਚ ਜੋ 2022 ਦੇ ਵਿੱਚ ਨੇ 117 ਸੀਟਾਂ ਦੇ ਜਿੱਤਣ ਦਾ ਦਾਅਵਾ ਕੀਤਾ ਗਿਆ। ਬੀਜੇਪੀ ਦੇ ਅੱਜ ਕੈਬਨਿਟ ਮਿਨਿਸਟਰ ਹਰਦੀਪ ਪੁਰੀ ਵੀ ਆਏ ਹੋਏ ਨੇ, ਤਾਂ ਹੋਰ ਵੀ ਮਿਨਿਸਟਰ ਬੈਠੇ ਹੋਏ ਨੇ। ਦੂਸਰੇ ਪਾਸੇ ਭਾਜਪਾ ਦਾ ਵਿਰੋਧ ਕਰਨ ਵਾਸਤੇ ਕਿਸਾਨ ਵੀ ਆਏ ਹੋਏ ਨੇ। ਕਿਸਾਨ ਵੀ ਬਾਹਰ ਆ ਕੇ ਖੜੇ ਹੋਏ ਨੇ ਤੇ ਵਿਰੋਧ ਕਰ ਰਹੇ ਨੇ। ਭਾਈ ਵਿਰੋਧ ਕਰ ਰਹੇ ਹੋ ਅੱਜ ਲਗਾਤਾਰ ਹੀ ਵਿਰੋਧ ਤੁਸੀਂ ਪਹਿਲਾਂ ਵੀ ਕਰਦੇ ਆਏ ਸੀ। ਲੱਗਦਾ ਇਸ ਵਿਰੋਧ ਦੇ ਕਾਰਨ ਗੱਲ ਸੁਣੀ ਜਾਏਗੀ। ਬਿਲਕੁਲ ਜੀ, ਗੱਲ ਸੁਣੀ ਜਾਊਗੀ। ਇਹ ਦੇਖ ਰਹੇ ਆ, ਸਬਰ ਪਰਖ ਰਹੇ ਆ ਸਾਡਾ। ਇਹ ਕਿਸਾਨਾਂ ਦਾ ਇਹ ਸਬਰ ਪਰਖ ਰਹੇ ਆ, ਪਰ ਅਸੀਂ ਵੀ ਸਿਰੜੀ ਆ। ਅਸੀਂ ਵੀ ਉਸ ਕੌਮ ਚੋਂ ਆਉਂਦੇ ਆ ਜਿਹੜੀ ਕੌਮ ਨੇ ਕਦੇ ਪਿੱਛਾ ਨਹੀਂ ਦਿਖਾਇਆ ਔਰ ਨਾ ਹੀ ਕਦੇ ਇਹ ਪਿੱਛੇ ਹਟਣਗੇ। ਅਸੀਂ ਬਿਲਕੁਲ ਨਹੀਂ ਉਹ ਕਰਾਂਗੇ। ਜੇ ਸਾਡੇ ਗੁਰੂ ਜੀ ਆਨੰਦਪੁਰੀ ਦੇ ਵਿੱਚ ਬੈਠ ਸਕਦੇ ਆ, ਉੱਥੇ ਬੈਠ ਕੇ ਭੁੱਖੇ ਤੇ ਬੈਠ ਸਕਦੇ ਆ। ਸਾਡੇ ਕੋਲ ਤਾਂ ਅੱਜ ਹਰੇਕ ਚੀਜ਼ ਮਿਲ ਰਹੀ ਹੈ, ਸਾਨੂੰ ਖਾਣਾ ਪੀਣਾ ਵੀ ਮਿਲ ਰਿਹਾ। ਅਸੀਂ ਜਿੰਨਾ ਮਰਜ਼ੀ ਲੰਬਾ ਅੰਦੋਲਨ ਹੋ ਜਾਵੇ, ਅਸੀਂ ਅੰਦੋਲਨ ਲੜਦੇ ਜਾਵਾਂਗੇ। ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਵੀ ਕੋਈ ਕਾਲ ਆਊਗੀ, ਉਸ ਦੇ ਉੱਤੇ ਫੁੱਲ ਚੜਾਉਂਦੇ ਰਹਾਂਗੇ। ਔਰ ਬੀਜੇਪੀ ਨੂੰ ਜਿੱਥੇ ਕਿਤੇ ਵੀ ਬੀਜੇਪੀ ਦਾ ਪ੍ਰੋਗਰਾਮ ਹੋਊਗਾ, ਅਸੀਂ ਅੱਗੇ ਹੋ ਕੇ ਡਟਦੇ ਰਹਾਂਗੇ। ਤੁਸੀਂ ਦੇਖ ਸਕਦੇ ਆ ਕਿ ਅੱਜ ਪ੍ਰੋਗਰਾਮ ਭਾਵੇਂ ਅਸੀਂ ਇੱਕ ਰਾਜਨਾਥ ਨੇ ਉੱਥੇ ਆਉਣਾ ਸੀਗਾ ਕੜੂਏ ਯੂਨੀਵਰਸਿਟੀ ਦੇ ਵਿੱਚ, ਉੱਥੇ ਆਉਣਾ ਸੀਗਾ। ਇਸ ਕਰਕੇ ਕਿਸਾਨ ਹਲੇ ਹੋਰ ਵੀ ਆ ਰਹੇ ਆ। ਤੁਸੀਂ ਦੇਖ ਸਕਦੇ ਆ ਅਸੀਂ ਕਿੰਨੇ ਕੁ ਪਹੁੰਚੇ ਆ ਹਲੇ। ਔਰ ਸਾਡਾ ਡਰ ਤੁਸੀਂ ਇਹ ਦੇਖ ਲਓ ਬੀਜੇਪੀ ਵਾਲਿਆਂ ਨੂੰ ਇੰਨਾ ਕਿ ਫੋਰਸ ਕਿੰਨੀ ਲਾਈ ਹੋਈ ਆ। ਇਹਨਾਂ ਕੋਲ ਆਪਣੀ ਫੋਰਸ ਹੈਗੀ ਆ। ਇਹਨਾਂ ਕੋਲ ਆਪਣੀ ਫੋਰਸ ਹੈ, ਉਹ ਖਾਕੀ ਕੱਚਿਆਂ ਵਾਲੀ ਫੋਰਸ। ਇਹ ਕਿਉਂ ਵੇਸਟ ਕਰ ਰਹੇ ਆ ਸਾਡਾ ਲੋਕਾਂ ਦਾ ਪੈਸਾ? ਅਰਦਾਸ ਕੀਤੀ ਗਈ ਹੈ 107 ਸੀਟਾਂ ਜਿੱਤਣ ਵਾਸਤੇ। ਅੱਜ ਫਿਰ ਲੱਗਦਾ ਵੀ ਜਿੱਤ ਜਾਣਗੇ। ਅੰਦਰ ਤਾਂ ਪ੍ਰੈਸ ਕਾਨਫਰੰਸ ਵੀ ਚੱਲਦੀ ਪਈ ਆ, ਤੁਸੀਂ ਬਾਹਰ ਵਿਰੋਧ ਕਰ ਰਹੇ ਹੋ। ਦੇਖੋ ਜੀ, ਅਸੀਂ ਤਾਂ ਕਹਿੰਦੇ ਆ ਇਹਨਾਂ ਨੂੰ ਵੀ ਆਓ ਸਾਡੇ ਵਿੱਚ। ਤੁਸੀਂ 117 ਸੀਟਾਂ ਤੇ ਹਾਰ ਪਾ ਕੇ ਭੇਜਾਂਗੇ ਇਹਨਾਂ ਨੂੰ। ਜਿਹੋ ਜਿਹੇ ਹਾਰ ਮੋਹਾਲੀ ਪਏ ਸੀ, ਉਹੋ ਜਿਹੇ ਹਾਰ ਪਾ ਕੇ ਭੇਜਾਂਗੇ। ਸਾਡੇ ਕਿਸਾਨ ਜਥੇਬੰਦੀਆਂ ਦੀਆਂ ਟੀਮਾਂ ਬਣ ਚੁੱਕੀਆਂ। ਇਹ ਟੀਮਾਂ ਨੇ ਜਿਨ੍ਹਾਂ ਨੇ
ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਨਾ ਹੈ। ਹਾਂ, ਇਹ ਹੋ ਸਕਦਾ ਕਿ ਸ਼ਹਿਰ ਦੇ ਵਿੱਚ ਹਲੇ ਚੰਡੀਗੜ੍ਹ ਸ਼ਹਿਰ ਦੇ ਜਦੋਂ ਇਲੈਕਸ਼ਨ ਹੋਣ ਸ਼ਹਿਰ ਦੇ ਵਿੱਚ ਇਹਨਾਂ ਦਾ ਵਿਰੋਧ ਘੱਟ ਹੋਵੇ, ਪਰ ਜਦੋਂ 117 ਸੀਟਾਂ ਤੇ ਜਾਣਾ ਹੈ ਨਾ, ਫਿਰ ਇਹ ਨੰਗੇ ਨਾ ਜਾਣ, ਕੱਛੇ ਪਾ ਕੇ ਜਾਣ ਜਿਵੇਂ ਪਹਿਲਾਂ ਗਏ ਸੀ। ਇਹ ਕੱਛੇ ਪਾ ਕੇ ਜਾਣ, ਉੱਥੇ ਪਤਾ ਨਹੀਂ ਕੀ ਹੋ ਸਕਦਾ ਹੈ। ਜਦ ਪ੍ਰੈਸ ਕਾਨਫਰੰਸ ਕਹਿ ਦਿੰਦੇ ਵੀ ਦਾਵਾ ਕਰਦੇ ਨੇ 117 ਸੀਟਾਂ ਤੇ ਲੜਾਂਗੇ ਵੀ ਤੇ ਅਸੀਂ ਜਿੱਤਾਂਗੇ ਵੀ ਪੰਜਾਬ ਦੇ ਵਿੱਚ, ਸੁਨਹਿਰੇ ਭਵਿੱਖ ਦੀ ਗੱਲ ਕਰਦੇ ਨੇ ਪੰਜਾਬ ਦੀ। ਲੱਗਦਾ ਵੀ ਬੀਜੇਪੀ ਸੁਨਹਿਰਾ ਭਵਿੱਖ ਦੇ ਪਾਏਗੀ ਪੰਜਾਬ ਨੂੰ। ਦੇਖੋ ਜੀ, ਸੁਨਹਿਰਾ ਭਵਿੱਖ ਤਾਂ ਇਹਨਾਂ ਨੇ ਪੂਰੇ ਦੇਸ਼ ਨੂੰ ਨਹੀਂ ਦੇ ਪਾਏ। ਪੂਰਾ ਦੇਸ਼ ਇਹਨਾਂ ਦੇ ਕੋਲ ਆ, ਪੂਰੇ ਦੇਸ਼ ਦੇ ਲੋਕ ਬਰਬਾਦ ਕਰਕੇ ਰੱਖਤੇ। ਇੰਡਸਟਰੀ ਇਹਨਾਂ ਨੇ ਖਤਮ ਕਰਤੀ, ਆਮ ਲੋਕਾਂ ਦੀ ਰੁਜ਼ਗਾਰ ਇਹਨਾਂ ਨੇ ਖਤਮ ਕਰਤੇ। ਇਹ ਪੰਜਾਬ ਨੂੰ ਕੀ ਦੇਣਗੇ? ਇਹ ਤਾਂ ਪੰਜਾਬ ਨੂੰ ਉਲਟਾ ਲੁੱਟ ਲੈਣਗੇ। ਔਰ ਇਹਨਾਂ ਦਾ ਇਹ ਸੇਖ ਚਿਲੀਆਂ ਵਾਲੇ ਸੁਪਨੇ ਆ ਜਿਹੜੇ, ਉਹ ਕੋਈ ਵੀ ਲੈ ਸਕਦਾ ਹੈ। ਇਹ ਸੇਖ ਚਿਲੀਆਂ ਵਾਲੇ ਸੁਪਨੇ ਲੈ ਰਹੇ ਆ, ਲਈ ਜਾਣ। ਜਦੋਂ 117 ਸੀਟਾਂ ਤੇ ਇਹਨਾਂ ਨੂੰ ਤਾਂ ਬੰਦੇ ਨਹੀਂ ਲੱਭਣੇ। 117 ਸੀਟਾਂ ਤੇ 117 ਮੈਂਬਰ ਨਹੀਂ ਪੂਰੇ ਹੋਣੇ ਇਹਨਾਂ ਦੇ ਪੰਜਾਬ ਦੇ ਵਿੱਚ। ਇਹ ਆਉਣ ਤਾਂ ਸਹੀ, ਇਹ ਇੱਕ ਵਾਰੀ ਪੰਜਾਬ ਦੇ ਪਿੰਡਾਂ ਦੇ ਵਿੱਚ ਵੜਨ ਤਾਂ ਸਹੀ, ਇੱਕ ਵਾਰੀ ਪੰਜਾਬ ਦੇ ਪਿੰਡਾਂ ਦੇ ਵਿੱਚ, ਫਿਰ ਇਹਨਾਂ ਦਾ ਸਵਾਗਤ ਚੰਗੀ ਤਰ੍ਹਾਂ ਨਾਲ ਕਰਕੇ ਭੇਜਾਂਗੇ। ਤੁਸੀਂ ਕਿਸਾਨ ਆਏ ਹੋ ਵੀ ਪਿੱਛੇ ਆਉਂਦੇ ਪਏ ਕਿ ਨਹੀਂ ਹੋ? ਨਹੀਂ, ਹੋਰ ਵੀ ਆ ਰਹੇ ਆ ਪਿੱਛੇ, ਹੋਰ ਵੀ ਆ ਰਹੇ ਆ। ਮੈਂ ਪਹਿਲਾਂ ਦੱਸ ਕੇ ਹਟਿਆ ਸੀ, ਘੜੂਏ ਯੂਨੀਵਰਸਿਟੀ ਦੇ ਵਿੱਚ ਗਏ ਸੀਗੇ ਵਿਰੋਧ ਕਰਨ। ਅਸੀਂ ਜਦੋਂ ਛੇਤੀ ਚੱਲ ਪਏ ਸੀ ਤੇ ਕੁਝ ਕਿਸਾਨ ਹਲੇ ਪਿੱਛੇ ਤੇ ਆ ਵੀ ਰਹੇ ਨੇ। ਆਪਾਂ ਤੇ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਇੱਕ ਸੱਜਣ ਹੋਰ ਮੌਜੂਦ ਹੈਗੇ ਨੇ। ਭਾਜੀ, ਲਗਾਤਾਰ ਹੀ ਕਿਸਾਨ ਜੋ ਨੇ ਵਿਰੋਧ ਕਰਦੇ ਆਦੇ ਨੇ। ਹੁਣ ਅੰਦਰ ਵੀ ਇੱਕ ਗੱਲ ਕਹੀ ਗਈ ਕਿ ਨਵੇਂ ਪੰਜਾਬ ਦੀ ਗੱਲ ਕਰਦੇ ਨੇ ਬੀਜੇਪੀ ਵਾਲੇ ਕਿ 117 ਸੀਟਾਂ ਤੇ ਚੋਣਾਂ ਲੜਨਗੇ ਤੇ ਜਿੱਤਣਗੇ। ਅੱਜ ਵੀ ਉਹੀ ਦਾਅਵਾ ਕਰਦੀ ਹੈ। ਉਹਨਾਂ ਨੂੰ ਕਹੇ ਕਿ ਸੁਪਨੇ ਲੈਣੇ ਛੱਡ ਦਿਓ। ਤੁਸੀਂ ਪੰਜਾਬ ਦੇ ਵਿੱਚ ਸੀਟਾਂ ਦਾ ਕਿਆ ਛੱਡਣੀਆਂ, ਤੁਸੀਂ ਇੱਕ ਸੀਟ ਦੇ ਉੱਤੇ ਨਹੀਂ ਖੜੇ ਹੋ ਸਕਦੇ। ਤੁਹਾਡੇ ਤਾਂ ਬੋਰੀ ਬਿਸਤਰੇ ਉੱਤੇ ਗੋਲ ਕਰਦੇ, ਤੁਹਾਡੇ ਟੈਂਟ ਨਹੀਂ ਕਿਸੇ ਨੇ ਉੱਤੇ ਲੱਗਣ ਦੇਣੇ। ਜਾਵਾਂ ਤਾਂ ਸਹੀ ਪੰਜਾਬ ਦੇ ਵਿੱਚ, ਇਹਨਾਂ ਨੂੰ ਪਤਾ ਲੱਗੂਗਾ ਪੰਜਾਬ ਦੇ ਵਿੱਚ ਕਿਆ ਹੁੰਦਾ। ਹਰਿਆਣੇ ਦੇ ਵਿੱਚ ਚਲੇ ਜਾਵੇਂ, ਇਹਨਾਂ ਨੂੰ ਸਾਰਿਆਂ ਨੂੰ ਡੰਡੇ ਦੇ ਨਾਲ ਲੋਕਾਂ ਨੇ ਅੱਗੇ ਕਰ ਲੈਣਾ, ਕਿਉਂਕਿ ਲੁੱਟ ਕੇ ਖਾ ਗਏ। ਲੋਕਾਂ ਦੇ ਉੱਤੇ ਇੰਨੇ ਟੈਕਸ ਲਾਤੇ, ਲੋਕਾਂ ਨੂੰ ਸਹੂਲਤ ਕੋਈ ਨਹੀਂ। ਬੱਚੇ ਰੁਲਦੇ ਪਏ ਆ, ਲੋਕਾਂ ਦੀਆਂ ਨੌਕਰੀਆਂ ਖਾ ਗਏ। 2 ਕਰੋੜ ਨੌਕਰੀਆਂ ਦੇਣ ਨੂੰ ਕਹਿੰਦੇ ਸੀ, ਇਹ ਮੇਰੇ ਖਿਆਲ 20 ਕਰੋੜ ਨੌਕਰੀਆਂ ਖਾ ਗਏ। ਇਹਨੂੰ ਸ਼ਰਮ ਨਹੀਂ ਰਹੀ ਭੋਰਾ ਵੀ। ਇਹਨਾਂ ਨੂੰ ਦੇਖਣਾ ਚਾਹੀਦਾ ਜਨਤਾ ਵਾਸਤੇ ਇਹਨਾਂ ਨੇ ਕੀ ਕੀਤਾ। ਇਹ ਚੋਰ ਹੈਗੇ ਸਾਰੇ, ਇਹ ਜਨਤਾ ਨੂੰ ਲੁੱਟ ਕੇ ਖਾ ਰਹੇ ਹੈ। ਇਹ ਸਿਰਫ ਉਹਨਾਂ ਦਾ ਪੈਸਾ ਆਪਣੀ ਜੇਬ ਦੇ ਵਿੱਚ ਕਰਕੇ ਆਪਣੇ ਮੁੱਦੇ ਸਿੱਧੇ ਕਰ ਰਹੇ ਹੈ। ਇਹ ਸੋਚਦੇ ਹੈ ਗਲਤਫਹਿਮੀ ਦੇ ਵਿੱਚ ਹੈ ਕਿ ਅੱਗੇ ਨੂੰ ਇਹਨਾਂ ਦੀ ਸਰਕਾਰ ਆ ਜਾਏਗੀ। ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ। ਆਣ ਤੋਂ ਹੁਣ ਤਾਂ ਇਹ ਪੁਲਿਸ ਵਾਲਿਆਂ ਨੂੰ ਨਾਲ ਲੈ ਕੇ ਆਉਂਦੇ ਆ ਨਾ। ਪੁਲਿਸ ਹੈ ਜਿਹੜੀ ਉਹ ਜਨਤਾ ਦੀ ਸੇਵਕ ਹੈ, ਜਨਤਾ ਦੀ ਨੌਕਰ ਹੈ। ਲੇਕਿਨ ਅੱਜ ਨੌਕਰ ਮਾਲਕਾਂ ਨੂੰ ਕੁੱਟ ਰਿਹਾ। ਔਰ ਇਹ ਵੀ ਜਿਹੜੇ ਲੀਡਰ ਬਣੀ ਫਿਰਦੇ ਹੈ, ਇਹ ਜਨਤਾ ਦੇ ਨੌਕਰ ਹੈ। ਇਹ ਨੌਕਰ ਹੋ ਕੇ ਮਾਲਕਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹੈ। ਲੇਕਿਨ ਇਹ ਭੁੱਲ ਗਏ ਹੈ ਕਿ ਮਾਲਕੇ ਹੁੰਦਾ। ਜਿਸ ਦਿਨ ਮਾਲਕ ਨੇ ਡੰਡਾ ਚੱਕ ਲਿਆ ਨਾ, ਇਹਨਾਂ ਨੂੰ ਲੱਭਣ ਨਹੀਂ ਹੈ ਦੌੜ ਭੱਜਣ ਵਾਸਤੇ। ਇਹਨਾਂ ਦਾ ਸਟਾਰਟਿੰਗ ਤੇ ਤੁਸੀਂ ਲੈ ਲਓ, ਨੌਕਰੀਆਂ ਦੇਣਾ, 15-15 ਲੱਖ ਰੁਪਏ ਦੇਣਾ। ਹਾਂਜੀ, ਗਊਆਂ ਦਾ ਟੈਕਸ ਲੈ, ਗਊਆਂ ਬਚਾਣੀਆਂ ਜੀ, ਗਊਆਂ ਦਾ ਟੈਕਸ ਲੈ ਕੇ ਖਾ ਕੇ, ਜਿਹੜੀ ਮਾਂ ਕਹਿ ਕੇ ਟੈਕਸ ਖਾ ਕੇ ਰਾਮ ਮੰਦਿਰ ਬਣਾਉਣਾ, ਉਹਨੂੰ ਜ਼ਮੀਨ ਚੱਕ ਕੇ ਦੂਸਰੇ ਤੋਂ ਲੈ ਕੇ ਅੱਗੇ ਫਾਇਦੇ ਦੇ ਵਿੱਚ ਵੇਚਤੀ। ਇਹ ਜਦੋਂ ਰਾਮ ਨੂੰ ਨਹੀਂ ਬਖਸ਼ਦੇ, ਇਹ ਹੋਰ ਕਿਸੇ ਨੂੰ ਬਖਸ਼ੂਗੇ। ਇਹ ਕਹਿੰਦੇ ਰਾਮ ਰਾਜ ਲਿਆਉਂਗੇ। ਇਹ ਰਾਮ ਰਾਜ ਲਿਆਉਣ ਵਾਸਤੇ ਰਾਮ ਦਾ ਹੋਣਾ ਜ਼ਰੂਰੀ ਹੈ, ਰਾਮ ਵਰਗਾ ਬਣਨਾ ਜ਼ਰੂਰੀ ਹੈ। ਇਹ ਰਾਮ ਦੀ ਕਿਆ ਰੀਸ ਕਰੂੰਗੇ? ਇਹ ਤਾਂ ਰਾਵਣ ਤੋਂ ਵੀ ਅੱਗੇ ਚਲੇ ਗਏ। ਇਹ ਐਡੇ ਹੋ ਗਏ ਹੈ ਕਿ ਇਹਨਾਂ ਨੂੰ ਜਨਤਾ ਦੀ ਪਰਵਾਹ ਨਹੀਂ। ਇਹਨਾਂ ਨੇ ਜਨਤਾ ਦੇ ਪੈਸੇ ਖਾਣੇ, ਜਨਤਾ ਦਾ ਹੱਕ ਖਾਣਾ, ਜਨਤਾ ਨੂੰ ਭੁੱਖੇ ਮਾਰਨਾ, ਜਨਤਾ ਦੇ ਇਲਾਜ ਨਹੀਂ ਕਰਾਣੇ, ਬੱਚਿਆਂ ਦੀ ਪੜ੍ਹਾਈ ਨਹੀਂ ਕਰਾਣੀ। ਇਹ ਸਾਰਾ ਕੁਝ ਖਤਮ ਕਰਕੇ ਇਹ ਸਿਰਫ ਰਾਜ ਕਰਨਾ ਚਾਹੁੰਦੇ ਹੈ। ਇਹਨਾਂ ਨੂੰ ਪਤਾ ਨਹੀਂ ਹੈ ਕਿ ਰਾਜ ਨਹੀਂ ਹੋਣਾ। ਹੁਣ ਇਹਨਾਂ ਨੂੰ ਲੋਕਾਂ ਨੇ ਡੰਡੇ ਨਾਲ ਅੱਗੇ ਕਰਨਾ। ਅੱਛਾ, ਕਾਲੇ ਕਾਨੂੰਨ ਦੀ ਗੱਲ ਕਰੀਏ। ਜੋ ਤੁਸੀਂ ਕਹਿੰਦੇ ਵੀ ਕਾਲੇ ਕਾਨੂੰਨ ਹੈਗੇ ਨੇ, ਰੱਦ ਹੋਣੇ ਚਾਹੀਦੇ ਨੇ। ਅੰਦਰ ਵੀ ਇਹੀ ਗੱਲ ਚੱਲਦੀ ਪਈ ਸੀ ਕਿ ਖੇਤੀ ਕਾਨੂੰਨ ਜਿਹੜੇ ਨੇ ਉਸ 'ਚ ਬਦਲਾਅ ਲਿਆਂਦਾ ਗਿਆ ਤਾਂ ਪੰਜਾਬ ਦੇ ਲੋਕਾਂ ਲਈ ਸਹੀ ਹੈ ਬਦਲਾਅ, ਵੀ ਬਦਲਾਅ ਹੋਣੇ ਚਾਹੀਦੇ ਸਨ। ਤਾਂ ਇਹਨੂੰ ਦੱਸੋਗੇ ਕਿਆ ਬਦਲਾਅ ਹੈ? ਤੁਸੀਂ ਕਿਆ ਬਦਲਾਅ ਲਿਆਏ ਹੈ? ਚੱਕ ਕੇ ਤੁਸੀਂ ਹੁਣੇ ਦੇਖ ਲਓ ਪਿੱਛੇ ਰਾਮਦੇਵ ਨੇ ਤੇ ਅੰਡਾਨੀ ਨੇ ਚੱਕ ਕੇ ਤੇਲ ਆਪਣੇ ਕਬਜ਼ੇ 'ਚ ਕਰ ਲਿਆ ਸਾਰਾ। ਸਰੋਂ ਦਾ ਤੇਲ 150 ਰੁਪਏ ਢਾਈ ਕਹਿੰਦੇ। ਇਹ ਤਾਂ ਤੁਸੀਂ ਕੰਮ ਕਰ ਰਹੇ ਹੈ ਨਾ ਅੱਗੇ। ਤੁਸੀਂ ਕਹਿੰਦੇ ਕਰਤਾ ਰਹੇ ਕੰਮ, ਲੇਕਿਨ ਤੁਸੀਂ ਮਹਿੰਗਾਈ ਵਧਾਉਂਦੇ ਜਾ ਰਹੇ ਹੈ। ਤੁਸੀਂ ਆਪਣੇ ਲੋਕਾਂ ਨੂੰ, ਸਾਰੇ ਹਿੰਦੁਸਤਾਨ ਨੂੰ ਵੇਚ ਦੇਣਾ ਚਾਹੁੰਦੇ ਹੈ। ਕਿਸਾਨਾਂ ਦੀ ਫਸਲ ਤੁਸੀਂ ਆਪ ਲੈ ਕੇ ਅੱਗੇ ਵੇਚ ਰਹੇ ਹੈ। ਹਿਮਾਚਲ ਦੇ ਵਿੱਚ ਸੇਬ 24-25 ਰੁਪਏ ਨੂੰ ਵਿਕੇ ਕਰਦਾ ਸੀ, ਇਹ 6 ਰੁਪਏ ਨੂੰ ਲਿਆਏ। 6 ਰੁਪਏ ਨੂੰ ਲਿਆ ਕੇ 250 ਰੁਪਏ ਨੂੰ ਵੇਚ ਰਹੇ ਹੈ। ਇਹ ਜਨਤਾ ਨੂੰ ਲੁੱਟ ਕੇ ਖਾਣ ਵਾਲੇ ਹੈ। ਇਹ ਚੋਰ ਹੈ, ਇਹ ਚੋਰ ਹੈ। ਚੋਰੀ ਤੋਂ ਬਿਨਾਂ ਦਾ ਕੋਈ ਕੰਮ ਨਹੀਂ। ਕੋਈ ਕਿਸਾਨਾਂ ਵਾਸਤੇ ਇਹਨਾਂ ਨੇ ਫਾਇਦੇ ਦਾ ਕੰਮ ਨਹੀਂ ਕੀਤਾ। ਕਿਸਾਨਾਂ ਦੀ ਫਸਲ ਅੱਜ ਵੀ ਰੁਲ ਰਹੀ ਹੈ। ਤੁਸੀਂ ਜਾ ਕੇ ਦੇਖੋ ਉੱਥੇ ਜੋ MSP ਹੈ, ਉੱਥੇ ਜਾ ਕੇ ਦੇਖੋ ਯੂਪੀ ਦੇ ਵਿੱਚ 1100 ਰੁਪਏ ਨੂੰ ਫਸਲ ਵਿਕ ਰਹੀ ਹੈ, 1800 ਰੁਪਏ ਰੇਟ ਹੈ। ਇਹ ਕਹਿੰਦੇ ਬੜਾ ਵਧੀਆ ਰਾਜ ਹੈ ਜਿਹਦੇ ਤੁਸੀਂ ਕਹਿੰਦੇ ਕਿਸਾਨ ਤਰੱਕੀ ਕਰ ਰਿਹਾ। ਕਿਸਾਨ ਦੀ ਤਾਂ ਇਨਕਮ ਇਸ ਟਾਈਮ ਤੱਕ ਇਹਨਾਂ ਨੇ ਡਬਲ ਕਰਨੀ ਸੀ, ਹੋਈ ਹੈ ਡਬਲ। ਕਿਸਾਨ ਹੀ ਨਹੀਂ ਰਹਿ ਰਿਹਾ, ਕਿਸਾਨਾਂ ਨੂੰ ਲੁੱਟ ਕੇ ਖਾ ਗਏ। ਕਹਿੰਦੇ ਕਿਸਾਨਾਂ ਦੇ ਅਕਾਊਂਟ 'ਚ ਪੈਸੇ ਵੀ ਤਾਂ ਆਏ ਨਾ। ਕਿੱਥੇ ਦਿੱਤੇ ਇਹਨਾਂ ਨੇ ਪੈਸੇ? ਦੇਖੋ ਸਹੀ ਜਾ ਕੇ ਤੁਸੀਂ ਕਿਸਾਨਾਂ ਦੇ ਹਾਲ। ਕਿਸਾਨਾਂ ਨੂੰ ਫਸਲ ਦੇ ਪੈਸੇ ਨਹੀਂ ਮਿਲ ਰਹੇ। ਇਹ ਕਹਿੰਦੇ ਹਿੰਦੁਸਤਾਨ ਦੇ ਵਿੱਚ ਤੁਸੀਂ ਆਜ਼ਾਦ ਹੈ,
ਜਿੱਥੇ ਮਰਜ਼ੀ ਜਾ ਕੇ ਆਪਣੀ ਫਸਲ ਵੇਚੋ। ਅੱਜ ਜੇ ਯੂਪੀ ਤੋਂ ਆ ਕੇ ਹਰਿਆਣੇ ਦੇ ਵਿੱਚ ਵੇਚ ਰਿਹਾ, ਉਹਦੀ ਫਸਲ ਚੁਕਾਈ ਜਾ ਰਹੀ ਹੈ। ਪੰਜਾਬ ਦੀ ਫਸਲ ਅਗਰ ਹਰਿਆਣੇ 'ਚ ਕੋਈ ਟਰਾਲੀ ਚੱਲਦੀ ਜਾਂਦੀ ਹੈ ਨਾਲ ਘਰ ਹੈ, ਉਹਦੀ ਫਸਲ ਚੁਕਾਈ ਜਾ ਰਹੀ ਹੈ। ਹਰਿਆਣੇ ਦੀ ਪੰਜਾਬ ਦੇ ਵਿੱਚ ਆ ਰਹੀ ਹੈ, ਉਹਦੀ ਨਹੀਂ ਖਰੀਦੀ ਜਾ ਰਹੀ। ਇਹ ਕੋਈ ਨਹੀਂ, ਇਹ ਅੰਨਾ ਰਾਜ ਹੈ, ਬੋਲਿਆਂ ਦਾ ਰਾਜ ਹੈ। ਇਹ ਗੰਭੀਰ ਸੋਚਣ ਵਾਲਿਆਂ ਦਾ ਰਾਜ ਨਹੀਂ ਹੈ, ਇਹ ਲੋਕਾਂ ਨੂੰ ਮਾਰਨ ਵਾਲਿਆਂ ਦਾ ਰਾਜ ਹੈ। ਇਹ ਜਨਤਾ ਨੂੰ ਕੁਝ ਨਹੀਂ ਦੇ ਸਕਦੇ, ਇਹ ਜਨਤਾ ਨੂੰ ਭੁੱਖਮਰੀ ਤੋਂ ਇਲਾਵਾ ਇਹਨਾਂ ਨੇ ਕੁਝ ਨਹੀਂ ਦੇਣਾ। ਅੱਛਾ, ਵਿਰੋਧ ਦੀ ਗੱਲ ਕਰੀਏ, ਵਿਰੋਧ ਕਰਦੇ ਰਹੋਗੇ ਇਦਾਂ ਬੀਜੇਪੀ ਲੀਡਰ ਦਾ? ਬਿਲਕੁਲ ਵਿਰੋਧ ਕਰਦੇ ਰਹਾਂਗੇ ਜਦੋਂ ਤੱਕ ਇਹਦੀ ਸਰਕਾਰ ਖਤਮ ਨਹੀਂ ਹੋ ਜਾਂਦੀ ਤੇ ਲੋਕਾਂ ਦਾ ਆਪਣਾ ਰਾਜ ਨਹੀਂ ਆ ਜਾਂਦਾ। ਉਸ ਟਾਈਮ ਤੱਕ ਅਸੀਂ ਵਿਰੋਧ ਕਰਦੇ ਰਹਾਂਗੇ ਜਦੋਂ ਤੱਕ ਤਿੰਨੋਂ ਕਾਲੇ ਕਾਨੂੰਨ ਖਤਮ ਨਹੀਂ ਹੁੰਦੇ, ਕਿਸਾਨਾਂ ਦੀ MSP ਨਹੀਂ ਮਿਲਦੀ, ਉਹਨਾਂ ਦੀਆਂ ਹੋਰ ਮੰਗਾਂ ਵੀ ਪੂਰੀਆਂ ਨਹੀਂ ਹੁੰਦੀਆਂ। ਉਸ ਟਾਈਮ ਤੱਕ ਇਹ ਅੰਦੋਲਨ ਜਾਰੀ ਰਹੇਗਾ ਔਰ ਇਹਨਾਂ ਦੇ ਗਲ ਦੇ ਉੱਤੇ ਬੈਠ ਕੇ ਅਸੀਂ ਜਾਰੀ ਰੱਖਾਂਗੇ ਉਹਨੂੰ। ਆਪਾਂ ਵੀ ਗੱਲਬਾਤ ਕਰਾਂਗੇ ਕਿ ਭੈਣ ਜੀ ਵੀ ਸਾਡੇ ਨਾਲ ਨੇ। ਤੁਸੀਂ ਲਗਾਤਾਰ ਹੀ ਕਿਸਾਨਾਂ ਦੇ ਨਾਲ ਬਣੇ ਰਹਿੰਦੇ ਹੋ, ਕਿਸਾਨਾਂ ਦੇ ਹੱਕ ਵਿੱਚ ਬੋਲਦੇ ਰਹਿੰਦੇ ਹੋ। ਅੱਜ ਵੀ ਤੁਸੀਂ ਆਏ ਹੋ ਇਕੱਲੇ ਨਾ, ਭਰਾਵਾਂ ਦੇ ਨਾਲ ਇਕੱਲੇ ਆਏ ਹੋ। ਕੀ ਲੱਗਦਾ ਇਸੇ ਤਰੀਕੇ ਨਾਲ ਵਿਰੋਧ ਕਰਦੇ ਰਹੋਗੇ ਤਾਂ ਗੱਲ ਸੁਣੀ ਜਾਊਗੀ? ਕਈ ਤਾਂ ਕਹਿੰਦੇ ਵਿਰੋਧ ਕਰਨ ਦਾ ਤਰੀਕਾ ਹੀ ਗਲਤ ਹੈਗਾ। ਜਿਹਨੂੰ ਉਹਨਾਂ ਨੂੰ ਗਲਤ ਲੱਗਦਾ, ਸਾਨੂੰ ਨਹੀਂ ਲੱਗਦਾ। ਅਸੀਂ ਕਾਲਾ ਝੰਡਾ ਦਿਖਾਉਣਾ ਸਾਡਾ ਸੰਵਿਧਾਨ ਹੈ। ਅਸੀਂ ਕਿਸੇ ਦਾ ਵਿਰੋਧ ਕਰਨਾ ਤਾਂ ਅਸੀਂ ਕਾਲਾ ਝੰਡਾ ਦਿਖਾ ਸਕਦੇ ਹਾਂ, ਪਰ ਇਹਨਾਂ ਨੂੰ ਸਾਡਾ ਜਿਹੜਾ ਕਾਲਾ ਝੰਡਾ ਹੀ ਹੈ ਨਾ, ਉਹ ਹੀ ਮਤਲਬ ਤੋਪ ਲੱਗਣ ਲੱਗ ਗਈ ਹੈ ਕਿ ਕਿਸਾਨਾਂ ਦਾ ਡਰ ਦੇਖੋ ਤੁਸੀਂ। ਅਸੀਂ ਥੋੜੇ ਆ, ਪ੍ਰਸ਼ਾਸਨ ਦੇਖੋ ਸਾਡੇ ਆਲੇ ਦੁਆਲੇ ਕਿਵੇਂ ਸਾਨੂੰ ਘੇਰ ਕੇ ਖੜਾ, ਜਿਵੇਂ ਅਸੀਂ ਉਹਨਾਂ ਨੂੰ ਮਾਰਨ ਜਾਣਾ ਹੁੰਦਾ। ਜੇ ਵਿਰੋਧ ਕਰਨੇ ਹੋ, ਉਹ ਸਵਾਲ ਉੱਥੇ ਆ ਜਾਂਦਾ ਨਾ, ਬੀਜੇਪੀ ਦੇ ਲੀਡਰਾਂ ਦੇ ਬਿਆਨ ਵੀ ਆਉਂਦੇ ਨੇ, ਵਿਰੋਧ ਕਰਨੇ ਹੋ ਕਿ ਉਸ ਵਿਰੋਧ ਦਾ ਫਾਇਦਾ ਹੋਇਆ 1 ਸਾਲ ਤੋਂ? ਫਾਇਦਾ ਹੋ ਹੀ ਰਿਹਾ, ਸਰਕਾਰ ਦਬੀ ਹੈ। ਸਰਕਾਰ ਦੇ ਜਿਹੜੇ ਬੂਥ ਲੱਗੇ ਨੇ ਨਾ, ਉਹ ਇਸੇ ਕਰਕੇ ਲੱਗੇ ਨੇ। ਜੇ ਅਸੀਂ ਵਿਰੋਧ ਕਰ ਰਹੇ ਹਾਂ ਜਗ੍ਹਾ ਜਗ੍ਹਾ ਤੇ, ਅਸੀਂ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਲੋਕਾਂ ਤੱਕ ਵਿਰੋਧ ਕਰ ਕਰਕੇ ਹੀ ਪਹੁੰਚਾਈਆਂ ਨੇ। ਕਿਉਂਕਿ ਜਿਹੜੇ ਲੋਕ ਘਰਾਂ ਦੇ ਅੰਦਰ ਬੈਠੇ ਆ, ਜੇ ਅਸੀਂ ਮੀਡੀਆ ਰਾਹੀਂ ਬੋਲਦੇ ਹਾਂ, ਵਿਰੋਧ ਕਰਦੇ ਹਾਂ, ਤਾਂ ਹੀ ਉਹਨਾਂ ਲੋਕਾਂ ਤੱਕ ਸਾਡੀ ਆਵਾਜ਼ ਘਰੇ ਪਹੁੰਚੀ ਆ। ਉਹਨਾਂ ਲੋਕਾਂ ਨੂੰ ਤਾਂ ਹੀ ਸਾਡੀਆਂ ਗੱਲਾਂ ਪਤਾ ਲੱਗਦੀਆਂ ਨੇ ਕਿ ਕੋਈ ਲੋਕ ਅੰਦੋਲਨ ਲੜ ਰਹੇ ਨੇ, ਇੱਕ ਕਿਸਾਨੀ ਅੰਦੋਲਨ, ਰੋਟੀ ਦੀ ਲੜਾਈ ਲੜ ਰਹੇ ਨੇ। ਔਰ ਅਸੀਂ ਇਹਨਾਂ ਦਾ ਵਿਰੋਧ ਉਨੀ ਦੇਰ ਤੱਕ ਕਰਦੇ ਰਵਾਂਗੇ ਜਿੰਨੇ ਚਿਰ ਸਾਡੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ। ਤੁਹਾਡੇ ਨਾਲ ਵੀ ਬਹਿਸ ਹੋ ਗਈ ਸੀ, ਤੁਹਾਨੂੰ ਯਾਦ ਹੋਣਾ 17 ਸੈਕਟਰ ਦੇ ਵਿੱਚ ਜਦੋਂ ਬੀਜੇਪੀ ਦੇ ਵਰਕਰ ਦੇ ਨਾਲ। ਹੁਣ ਤੁਹਾਨੂੰ ਇੱਥੇ ਰੋਕ ਦਿੱਤਾ ਗਿਆ, ਅੱਗੇ ਵੀ ਜਾਓਗੇ ਕਿ ਇੱਥੇ ਖੜੇ ਰਹੋਗੇ? ਜਾਵਾਂਗੇ, ਅੱਗੇ ਜਾਵਾਂਗੇ, ਅਸੀਂ ਵਿਰੋਧ ਕਰਾਂਗੇ, 100% ਕਰਾਂਗੇ। ਅਸੀਂ ਉਹਨਾਂ ਨੂੰ ਕਿਹਾ ਕਿ ਸਾਨੂੰ ਇਸ ਰੋਡ ਤੱਕ ਜਾਣ ਦਿਓ, ਸਿਰਫ ਅਸੀਂ ਇਸ ਰੋਡ ਤੇ ਕਰਾਂਗੇ ਔਰ ਕਰਾਂਗੇ। ਕਿਸਾਨਾਂ ਨੂੰ ਪੁਲਿਸ ਵੱਲੋਂ ਅਰੈਸਟ ਕਰ ਲਿੱਤਾ ਗਿਆ ਹੈ। ਬੀਜੇਪੀ ਦੇ ਲੀਡਰਾਂ ਦਾ, ਕੈਬਨਿਟ ਮਿਨਿਸਟਰ ਆਏ ਸਨ, ਹਰਦੀਪ ਪੁਰੀ ਉਹਨਾਂ ਦਾ ਵਿਰੋਧ ਕਰਦੇ ਸਨ। ਭਾਜਪਾ ਦੇ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ, ਚੰਡੀਗੜ੍ਹ ਦੀ ਪੁਲਿਸ ਨੇ ਪਕੜ ਲਿਆ। ਬਾਹਰ ਪ੍ਰੋਟੈਸਟ ਹੋ ਰਿਹਾ ਸੀ, ਬੀਜੇਪੀ ਦੇ ਦਫ਼ਤਰ ਦੇ ਬਾਹਰ ਕਿਸਾਨਾਂ ਦਾ ਪ੍ਰੋਟੈਸਟ ਹੋ ਰਿਹਾ ਸੀ। ਜਿਵੇਂ ਸੰਯੁਕਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਸੀ, ਜਿੱਥੇ ਵੀ ਭਾਜਪਾ ਦੇ ਲੀਡਰ ਦਿਖਾਈ ਦੇਣਗੇ ਉੱਥੇ ਉਹਨਾਂ ਦਾ ਵਿਰੋਧ ਕਰੋ। ਵਿਰੋਧ ਕੀਤਾ ਜਾ ਰਿਹਾ ਸੀ ਭਾਜਪਾ ਦੇ ਲੀਡਰਾਂ ਦਾ। ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਅਰੈਸਟ ਕਰ ਲਿਆ। ਬੱਸ ਵਿੱਚ ਲਿਜਾਇਆ ਜਾ ਰਿਹਾ ਹੈ। ਬੀਜੇਪੀ ਦੇ ਦਫ਼ਤਰ ਦੇ ਬਾਹਰ ਪ੍ਰੋਟੈਸਟ ਕਰਦੇ ਸਨ। ਦੇਖਦੇ ਹੋ ਸਕਰੀਨ ਦੇ ਉੱਤੇ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਕਿਸਾਨਾਂ ਵੱਲੋਂ। ਕਿ ਪੋਸਟ ਦਿੱਤੇ ਆ ਜਾਏ ਕਰਦੇ ਆ, ਅਸੀਂ ਅੰਦੋਲਨ ਲੜਨਾ, ਅਸੀਂ ਕੋਈ ਧੱਕੇ ਨਹੀਂ ਮਾਰਨ ਦੇਣੇ। ਅਸੀਂ ਤੁਸੀਂ ਚੰਡੀਗੜ੍ਹ ਪ੍ਰਸ਼ਾਸਨ ਮੁਰਦਾਬਾਦ, ਚੰਡੀਗੜ੍ਹ ਪ੍ਰਸ਼ਾਸਨ ਮੁਰਦਾਬਾਦ, ਚੰਡੀਗੜ੍ਹ ਪ੍ਰਸ਼ਾਸਨ। ਜੇ ਤੁਸੀਂ ਦੇਖਦੇ ਹੋ, ਇੱਕ ਰੋਸ ਸੀ ਇੱਕ ਰੋਸ ਵਜ ਫਿਰ ਦੁਬਾਰਾ ਪ੍ਰੋਟੈਸਟ ਕੀਤਾ ਗਿਆ। ਭਾਜਪਾ ਦੇ ਵਰਕਰਾਂ ਦਾ, ਭਾਜਪਾ ਦੇ ਮਿਨਿਸਟਰਾਂ ਦਾ ਵਿਰੋਧ ਕੀਤਾ ਗਿਆ। ਉਸ ਤੋਂ ਬਾਅਦ ਕਿਸਾਨ ਜੋ ਸੀ ਸੈਕਟਰ 37 ਭਾਜਪਾ ਦੇ ਦਫ਼ਤਰ ਦੇ ਬਾਹਰ ਪ੍ਰੋਟੈਸਟ ਚੱਲ ਰਿਹਾ ਸੀ, ਜਿਸ ਤੋਂ ਬਾਅਦ ਉਹਨਾਂ ਦਾ ਵਿਰੋਧ ਕੀਤਾ ਗਿਆ ਤੇ ਪੁਲਿਸ ਪ੍ਰਸ਼ਾਸਨ ਨੇ ਗ੍ਰਿਫਤਾਰ ਕਰ ਲਿਆ। ਤੁਸੀਂ ਤਸਵੀਰਾਂ ਦੇਖ ਰਹੇ ਹੋ ਪੰਜਾਬ ਨਿਊਜ਼ ਤੇ। ਕਿਸਾਨਾਂ ਨੂੰ ਬੱਸਾਂ ਵਿੱਚ ਲਿਜਾਇਆ ਜਾ ਰਿਹਾ ਹੈ। ਜੋ ਕਿਸਾਨ ਵਿਰੋਧ ਕਰਦੇ ਸਨ, ਨਾਅਰੇਬਾਜ਼ੀ ਕਰਦੇ ਸਨ, ਇੱਕੋ ਹੀ ਨਾਅਰਾ ਸੀ, ਕਾਲੇ ਕਾਨੂੰਨ ਰੱਦ ਕਰੋ। ਚੰਡੀਗੜ੍ਹ ਪੁਲਿਸ ਦੀ ਬੀਜੇਪੀ ਵਾਲਿਆਂ ਨਾਲ ਰਲੀ ਹੋਈ ਹੈ। ਅਸੀਂ ਵਿਰੋਧ ਕਰਦੇ ਹਾਂ ਕਿ ਸਾਨੂੰ ਕਾਲੇ ਰਾਈਟ ਹੈ ਸਾਡਾ, ਪਰ ਇਹ ਲੋਕ ਧੱਕਾ ਮੁੱਕੀ ਕਰ ਰਹੇ ਨੇ। ਇਹ ਵਿਕੇ ਹੋਏ ਲੋਕ ਨੇ ਜਿਹੜੇ ਕਿ ਕਿਸਾਨਾਂ ਦੀ ਜਮਾਂ ਵੀ ਇਹਨਾਂ ਨੂੰ ਤਰਸ ਨਹੀਂ ਆ ਰਿਹਾ। ਇਹ ਬੀਜੇਪੀ ਸਰਕਾਰ ਦਾ ਸਾਥ ਦੇ ਰਹੇ ਨੇ ਸਾਡੇ, ਪਰ ਅਸੀਂ ਡਰਦੇ ਨਹੀਂ ਕਿਸੇ ਤੋਂ ਵੀ। ਜਿੰਨਾ ਚਿਰ ਸਾਡੇ 'ਚ ਜਾਨ, ਅਸੀਂ ਇਹ ਅੰਦੋਲਨ ਲੜਦੇ ਰਵਾਂਗੇ ਤੇ ਜਿੱਤ ਸਾਡੀ ਪੱਕੀ ਹੋਊਗੀ। ਅਸੀਂ ਕਿਸੇ ਸਤਿ ਸ਼੍ਰੀ ਅਕਾਲ।
ਸਕਦੇ ਆ ਹੋਰ ਕਰ ਕੀ ਸਕਦੇ ਆ ਅਸੀਂ ਨਹੀਂ ਡਰਦੇ ਜੇਲਾਂ ਤੋਂ ਅਸੀਂ ਨਹੀਂ ਡਰਦੇ ਜੇਲਾਂ ਤੋਂ ਕਿਸਾਨ ਮਜ਼ਦੂਰ ਏਕਤਾ ਬਾਲੇ ਸ਼ਾਨਹਾਰ ਅੱਗੇ ਸਰਕਾਰ ਮੁਰਦਾਬਾਦ 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 ਬੀਜੇਪੀ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ ਮੋਦੀ ਜਦੋਂ ਸਕਰੀਨ ਉੱਤੇ ਦੇਖਦੇ ਹੋ ਕਿ ਕਿਸਾਨਾਂ ਨੂੰ ਪਕੜ ਕੇ ਲਿਜਾਇਆ ਜਾ ਰਿਹਾ ਹੈ, ਜੋ ਵਿਰੋਧ ਕਰ ਰਹੇ ਸਨ ਪੁਲਿਸ ਨੇ ਗ੍ਰਿਫਤਾਰ ਕਰਕੇ ਵਾਪਸ ਭੇਜ ਦਿੱਤਾ ਗਿਆ ਹੈ। ਤੁਸੀਂ ਦੇਖ ਰਹੇ ਹੋ 37 ਸੈਕਟਰ ਦੇ ਵਿੱਚ ਜਿਸ ਪਾਸੇ ਇੱਕ ਪਾਸੇ ਭਾਜਪਾ ਦੇ ਵਰਕਰਾਂ ਦੀ ਮੀਟਿੰਗ ਚੱਲ ਰਹੀ ਹੈ, ਅੱਜ ਕੈਬਨਿਟ ਮਿਨਿਸਟਰ ਉੱਥੇ ਆਏ ਹੋਏ ਸਨ ਤੇ ਦੂਸਰੇ ਪਾਸੇ ਕਿਸਾਨ ਵੀ ਵਿਰੋਧ ਕਰਨ ਵਾਸਤੇ ਆਏ ਸਨ, ਪਰ ਕਿਸਾਨਾਂ ਨੂੰ ਬੱਸ ਵਿੱਚ ਪਾ ਕੇ ਭੇਜ ਦਿੱਤਾ ਗਿਆ। ਇੱਥੋਂ ਦੀ ਗ੍ਰਿਫਤਾਰ ਕਰਕੇ ਲੈ ਗਏ ਆ। ਚੰਡੀਗੜ੍ਹ ਪ੍ਰਸ਼ਾਸਨ ਤੇ ਲਗਾਤਾਰ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਦਿੱਤੀ ਗਈ ਸੀ ਜਿੱਥੇ ਵੀ ਭਾਜਪਾ ਦੇ ਵਰਕਰ ਜਾਂ ਲੀਡਰ ਦਿਖਾਈ ਦੇਣ ਉਹਨਾਂ ਦਾ ਵਿਰੋਧ ਕੀਤਾ ਜਾਵੇ।